क्राइम जिहड़ा जरूरी थोड़ी भी असले नहीं हो सकता। क्राइम ते तेजाब ना हो सकता, क्राइम जिहड़ा तलवार ना हो सकता, क्राइम जिहड़ा पेट्रोल ना हो सकता। हुण ये सारियां चीज़ां किते बंद कर दित्तियां जांदियां। ਅੱਜ ਤੱਕ ਲਾਇਸੈਂਸ ਹਥਿਆਰ ਤੇ ਕਦੀ ਕ੍ਰਾਈਮ ਹੋਇਆ ਸਭ ਬਹੁਤ ਚੰਦਨਲ ਹੋ ਗਿਆ। ਅੱਜ ਹੁਣ ਟ੍ਰੇਨ ਹਾਦਸਾ ਹੋਇਆ ਕਿ ਲੋਕਾਂ ਨੇ ਟ੍ਰੇਨ 'ਚ ਬੈਠਣਾ ਬੰਦ ਕਰ ਦਿੱਤਾ। ਕਾਫੀ ਸਮੇਂ ਤੋਂ ਜਿਹੜੇ ਲਾਇਸੈਂਸ ਬੰਨੇ ਬੰਦ ਕੀਤੇ ਹੋਏ ਨੇ, ਜਿਹਦੇ ਕਰਕੇ ਸਾਡਾ ਕਾਰੋਬਾਰ ਬਿਲਕੁਲ ਬੰਦ ਹੋ ਚੁੱਕਿਆ। ਪਰ ਮੈਂ ਮੰਨਦਾ ਇਸ ਚੀਜ਼ ਨੂੰ ਵੀ ਅਸਲਾ ਲਾਇਸੈਂਸ ਜਿਹੜਾ ਵਾ ਪਰ ਉਹ ਬਹੁਤ ਕਾਨੂੰਨੀ ਪ੍ਰਕਿਰਿਆ ਦੇ ਵਿੱਚੋਂ ਲੰਘ ਕੇ ਆਉਂਦਾ। ਪਹਿਲਾਂ SHO ਵੱਲੋਂ ਵੈਰੀਫਿਕੇਸ਼ਨ ਕੀਤੀ ਜਾਂਦੀ ਬੰਦੇ ਦੇ ਕਰੈਕਟਰ ਦੀ, ਫਿਰ ਡਿਪਟੀ ਸਾਹਿਬ ਵੱਲੋਂ, ਫਿਰ ਮਾਣਯੋਗ SSP ਵੱਲੋਂ NOC ਦਿੱਤੀ ਜਾਂਦੀ ਹੈ ਵੀ ਇਹਨੂੰ ਲਾਇਸੈਂਸ ਜਾਰੀ ਕਰ ਦਿੱਤਾ ਜਾਵੇ। ਤੇ ਫਿਰ ਜਦੋਂ ਮਾਣਯੋਗ SSP ਸਾਹਿਬ ਵੱਲੋਂ NOC ਦੇ ਦਿੱਤੀ ਜਾਂਦੀ ਹੈ ਤੇ ਫਿਰ DC ਸਾਹਿਬ ਵੱਲੋਂ ਲਾਇਸੈਂਸ ਜਾਰੀ ਨਹੀਂ ਕੀਤਾ ਜਾਂਦਾ। ਜਿਹੜੇ ਨੀਡੀ ਪਰਸਨ ਨੇ ਜਾਂ ਜਿਨ੍ਹਾਂ ਦਾ ਸਭ ਕੁਝ ਕਰੈਕਟਰ ਵੈਰੀਫਿਕੇਸ਼ਨ ਠੀਕ ਆਉਂਦੀ ਹੈ ਉਹਨਾਂ ਨੂੰ ਅਸਲਾ ਲਾਇਸੈਂਸ ਜਾਰੀ ਕੀਤਾ ਜਾਵੇ। ਜੇ ਅਸਲਾ ਲਾਇਸੈਂਸ ਜਾਰੀ ਹੋਏਗਾ ਤੇ ਤਾਂ ਹੀ ਅਸੀਂ ਅਸਲਾ ਸੇਲ ਕਰ ਸਕਾਂਗੇ। ਇਹਦੇ ਅੰਦਰ ਪਿਆ ਅਸਲਾ ਸਾਡੇ ਕੋਲ ਤੇ ਅਸੀਂ ਭੁੱਖੇ ਮਰਨ ਵਾਲਾ ਹਿਸਾਬ ਹੋਇਆ ਸਾਡਾ। ਅਜੇ ਵੀ ਬਹੁਤ ਸਾਰੀਆਂ ਪੈਂਡਿੰਗ ਐਪਲੀਕੇਸ਼ਨਾਂ ਪਈਆਂ। ਮੈਂ ਇਹੋ ਬੇਨਤੀ ਕਰਦਾ ਹੱਥ ਜੋੜ ਕੇ ਸਾਰੀ ਡੀਲਰ ਐਸੋਸੀਏਸ਼ਨ ਵੱਲੋਂ ਵੀ ਸਾਡੇ ਕਾਰੋਬਾਰ ਵੱਲ ਵੀ ਥੋੜ੍ਹਾ ਨਰਮੀ ਭਰਿਆ ਰੁੱਖ ਅਪਣਾਇਆ ਜਾਵੇ ਤਾਂ ਜੋ ਸਾਡੇ ਵੀ ਰੋਜੀ ਰੋਟੀ ਚੱਲ ਸਕੇ। ਦੋਸਤੋ, ਇੱਕ ਪਾਸੇ ਸਰਕਾਰਾਂ ਵੱਲੋਂ, ਪ੍ਰਸ਼ਾਸਨ ਵੱਲੋਂ ਹਥਿਆਰਾਂ ਨੂੰ ਪ੍ਰਮੋਟ ਕਰਨ ਦੇ ਉੱਤੇ ਮੁਕੰਮਲ ਤੌਰ ਦੇ ਉੱਤੇ ਪਾਬੰਦੀ ਲਗਾਈ ਗਈ ਹੈ, ਤਾਂ ਦੂਸਰੇ ਪਾਸੇ ਅਸੀਂ ਇਹ ਕਹਿ ਸਕਦੇ ਕਿ ਅੰਮ੍ਰਿਤਸਰ ਦੇ ਵਿੱਚ तमाम ਜਿਹੜੇ ਦੁਕਾਨਦਾਰ ਨੇ ਜਿਹੜੇ ਹਥਿਆਰ ਵੇਚਦੇ ਨੇ ਉਹ ਇਸ ਵਕਤ ਇਕੱਠੇ ਹੋ ਕੇ ਪਹੁੰਚੇ ਨੇ, ਜਿਨ੍ਹਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕਾਫੀ ਸਮੇਂ ਤੋਂ ਜਿਹੜੇ ਲਾਇਸੈਂਸ ਬੰਨੇ ਬੰਦ ਕੀਤੇ ਹੋਏ ਨੇ, ਜਿਹਦੇ ਕਰਕੇ ਸਾਡਾ ਕਾਰੋਬਾਰ ਬਿਲਕੁਲ ਬੰਦ ਹੋ ਚੁੱਕਿਆ। ਤਾਂ ਅੱਜ ਖਾਸ ਤੌਰ ਦੇ ਉੱਤੇ ਪ੍ਰੈਸ ਕਾਨਫਰੰਸ ਕੀਤੀ ਹੈ ਤਾਂ ਮੰਗ ਕੀਤੀ ਹੈ, ਸਰਕਾਰ ਦੇ ਕੋਲੋਂ ਮੰਗ ਕੀਤੀ ਹੈ, ਪ੍ਰਸ਼ਾਸਨ ਦੇ ਕੋਲੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਹ ਲਾਇਸੈਂਸ ਬੰਨੇ ਸ਼ੁਰੂ ਕੀਤੇ ਜਾਣ। ਤਾਂ ਗੱਲਬਾਤ ਸਾਂਝੀ ਕਰ ਲੈਂਦੇ ਹਾਂ। ਵੀਰ ਜੀ, ਨਾਮ ਕੀ ਤੁਹਾਡਾ? ਮੇਰਾ ਨਾਮ ਰੋਹਿਤ ਭਾਟੀਆ, ਮੈਂ ਭਾਟੀਆ ਗਨ ਹਾਊਸ ਦਾ ਪ੍ਰੋਪਰਾਈਟਰ ਹਾਂ, ਆਰਮਸ ਡੀਲਰ ਦਾ। ਸਾਡੀ ਇਹੋ ਹੀ ਸਰਕਾਰ ਨੂੰ ਨਜ਼ਰ ਹੈ ਕਿ ਸਾਡੀ ਸਰਕਾਰ ਨਜ਼ਰ ਰੱਖੇ ਸਾਡੇ ਵੱਲ ਵੀ। ਅਸੀਂ ਕਾਰੋਬਾਰ ਕਰਨਾ ਚਾਹੁੰਦੇ ਹਾਂ, ਆਪਣੇ ਕਾਰੋਬਾਰ ਪ੍ਰਤੀ ਆਪਣੇ ਪਰਿਵਾਰ ਦਾ ਖਰਚਾ, ਹਰ ਚੀਜ਼ ਦਾ ਖਰਚਾ ਸਾਡਾ ਚੱਲਦਾ ਤਾਂ ਲਾਇਸੈਂਸ ਖੋਲ੍ਹੇ ਜਾਣ ਤਾਂ ਕਿ ਅਸੀਂ ਆਪਣੇ ਪਰਿਵਾਰ ਨੂੰ ਵੀ ਸਹੀ ਤਰੀਕੇ ਨਾਲ ਚਲਾ ਸਕੀਏ। ਅੱਛਾ ਵੀਰ ਜੀ, ਕਿੰਨੀ ਦੇਰ ਤੋਂ ਦੁਕਾਨ ਵਾਲੀ ਚਲਾ ਰਹੇ ਤੁਸੀਂ? ਕਿੰਨੀ ਦੇਰ ਤੋਂ? ਅਸੀਂ 30 ਸਾਲ ਤੋਂ ਆਪਣੀ ਆਰਮਸ ਐਂਡ ਐਮੂਨੇਸ਼ਨ ਡੀਲਰ ਦੀ ਦੁਕਾਨ ਚਲਾ ਰਹੇ ਹਾਂ। ਪਹਿਲੇ ਮੇਰੇ ਦਾਦਾ ਜੀ ਦੇ ਨਾਂ 'ਤੇ ਸੀ, ਫਿਰ ਫਾਦਰ ਸਾਹਿਬ ਦੇ, ਤੇ ਹੁਣ ਮੇਰੇ ਨਾਂ 'ਤੇ ਜੀ। ਤੁਸੀਂ ਭਾਜੀ ਤੁਸੀਂ ਕਿੰਨੀ ਦੇਰ ਤੋਂ ਕਰ ਰਹੇ ਹੋ? ਮੈਂ 2004 ਤੋਂ ਦੁਕਾਨ ਚਲਾ ਰਿਹਾ ਜੀ। ਇਸ ਤੋਂ ਪਹਿਲਾਂ ਜਿਹੜੇ ਮੇਰੇ ਫਾਦਰ ਸਾਹਿਬ ਦੀ ਦੁਕਾਨ ਸੀ ਮੈਂ 2004 ਤੋਂ ਚਲਾ ਰਿਹਾ। ਪਰ ਮੈਂ ਮੰਨਦਾ ਇਸ ਚੀਜ਼ ਨੂੰ ਵੀ ਅਸਲਾ ਲਾਇਸੈਂਸ ਜਿਹੜਾ ਵਾ ਪਰ ਉਹ ਬਹੁਤ ਕਾਨੂੰਨੀ ਪ੍ਰਕਿਰਿਆ ਦੇ ਵਿੱਚੋਂ ਲੰਘ ਕੇ ਆਉਂਦਾ। ਪਹਿਲਾਂ SHO ਵੱਲੋਂ ਵੈਰੀਫਿਕੇਸ਼ਨ ਕੀਤੀ ਜਾਂਦੀ ਬੰਦੇ ਦੇ ਕਰੈਕਟਰ ਦੀ, ਫਿਰ ਡਿਪਟੀ ਸਾਹਿਬ ਵੱਲੋਂ, ਫਿਰ ਮਾਣਯੋਗ SSP ਵੱਲੋਂ NOC ਦਿੱਤੀ ਜਾਂਦੀ ਹੈ ਵੀ ਇਹਨੂੰ ਲਾਇਸੈਂਸ ਜਾਰੀ ਕਰ ਦਿੱਤਾ ਜਾਵੇ। ਤੇ ਫਿਰ ਜਦੋਂ ਮਾਣਯੋਗ SSP ਸਾਹਿਬ ਵੱਲੋਂ NOC ਦੇ ਦਿੱਤੀ ਜਾਂਦੀ ਹੈ ਤੇ ਫਿਰ DC ਸਾਹਿਬ ਵੱਲੋਂ ਲਾਇਸੈਂਸ ਜਾਰੀ ਨਹੀਂ ਕੀਤਾ ਜਾਂਦਾ। ਅਜੇ ਵੀ ਬਹੁਤ ਸਾਰੀਆਂ ਪੈਂਡਿੰਗ ਐਪਲੀਕੇਸ਼ਨਾਂ ਪਈਆਂ। ਮੈਂ ਇਹੋ ਬੇਨਤੀ ਕਰਦਾ ਹੱਥ ਜੋੜ ਕੇ ਸਾਰੀ ਡੀਲਰ ਐਸੋਸੀਏਸ਼ਨ ਵੱਲੋਂ ਵੀ ਸਾਡੇ ਕਾਰੋਬਾਰ ਵੱਲ ਵੀ ਥੋੜ੍ਹਾ ਨਰਮੀ ਭਰਿਆ ਰੁੱਖ ਅਪਣਾਇਆ ਜਾਵੇ ਤਾਂ ਜੋ ਸਾਡੇ ਵੀ ਰੋਜੀ ਰੋਟੀ ਚੱਲ ਸਕੇ। ਜਿਹੜੇ ਨੀਡੀ ਪਰਸਨ ਨੇ ਜਾਂ ਜਿਨ੍ਹਾਂ ਦਾ ਸਭ ਕੁਝ ਕਰੈਕਟਰ ਵੈਰੀਫਿਕੇਸ਼ਨ ਠੀਕ ਆਉਂਦੀ ਹੈ ਉਹਨਾਂ ਨੂੰ ਅਸਲਾ ਲਾਇਸੈਂਸ ਜਾਰੀ ਕੀਤਾ ਜਾਵੇ। ਜੇ ਅਸਲਾ ਲਾਇਸੈਂਸ ਜਾਰੀ ਹੋਏਗਾ ਤੇ ਤਾਂ ਹੀ ਅਸੀਂ ਅਸਲਾ ਸੇਲ ਕਰ ਸਕਾਂਗੇ। ਇਹਦੇ ਅੰਦਰ ਪਿਆ ਅਸਲਾ ਸਾਡੇ ਕੋਲ ਤੇ ਅਸੀਂ ਭੁੱਖੇ ਮਰਨ ਵਾਲਾ ਹਿਸਾਬ ਹੋਇਆ ਸਾਡਾ। ਬਿਲਕੁਲ ਬਿਲਕੁਲ। ਤੁਹਾਨੂੰ ਕਿੰਨੀ ਦੇਰ ਹੋ ਚੁੱਕੀ ਹੈ? ਸਰ ਮੈਨੂੰ 12 ਸਾਲ ਹੋ ਗਏ ਜੀ। ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਕਿ 10 ਸਾਲ ਤੋਂ ਉੱਪਰ ਹੀ ਸਾਰਿਆਂ ਨੂੰ ਸਮਾਂ ਹੋ ਚੁੱਕਿਆ। ਕਿਸੇ ਨੂੰ 20 ਸਾਲ, ਕਿਸੇ ਨੂੰ 30 ਸਾਲ। ਸਰ ਜਿਹਦੇ ਵੀ ਲਾਇਸੈਂਸ ਬਣਦੇ ਨੇ ਪ੍ਰੋਪਰ ਉਹਦੇ ਡਾਕੂਮੈਂਟਸ ਲੱਗਦੇ ਨੇ, ਰਿਟਰਨਸ ਲੱਗਦੇ ਨੇ, ਬੈਲੈਂਸ ਸ਼ੀਟਸ ਲੱਗਦੀਆਂ। ਆਮ ਬੰਦੇ ਨੂੰ ਤਾਂ ਲਾਇਸੈਂਸ ਮਿਲਦਾ ਨਹੀਂ ਹੈ। ਵੈਪਨ ਜਿਹੜਾ ਲਾਇਸੈਂਸ ਲੋਕ ਲੈਣਾ ਚਾਹੁੰਦੇ ਸੈਲਫ ਡਿਫੈਂਸ ਵਾਸਤੇ ਲੋਕ ਵੈਪਨ ਲੈਂਦੇ। ਕੋਈ ਸ਼ੌਂਕ ਵਾਸਤੇ ਵੈਪਨ ਨਹੀਂ ਲੈ ਰਿਹਾ, ਕੋਈ ਸੈਲਫ ਡਿਫੈਂਸ ਵਾਸਤੇ ਵੈਪਨ ਲੈ ਰਹੇ ਨੇ। ਇਸ ਕਰਕੇ ਲਾਇਸੈਂਸ ਉਹਨੂੰ ਕੀ ਦਿੱਕਤ ਕੀ ਦੇਣ ਲੱਗੇ ਮੈਨੂੰ ਦੱਸੋ। ਅਸੀਂ SHO ਸਾਹਿਬ ਕੋਲ ਪਹਿਲੇ ਫਾਈਲ ਜਾਂਦੀ ਹੈ, ਫਿਰ ਡਿਪਟੀ ਸਾਹਿਬ ਕੋਲ ਜਾਂਦੀ ਹੈ, ਫਿਰ DCP ਸਾਹਿਬ ਕੋਲ ਜਾਂਦੀ ਹੈ। ਬਕਾਇਦਾ ਉਹਦੀ ਵੈਰੀਫਿਕੇਸ਼ਨ ਹੁੰਦੀ ਹੈ ਕਿ ਬੰਦੇ ਕੋਈ ਗਲਤ ਸੰਸਥਾ ਤਾਂ ਨਹੀਂ ਗਏ। ਇੱਕ ਬਿਜ਼ਨਸਮੈਨ ਬੰਦਾ ਗਲਤ ਸੰਸਥਾ ਕਿਸ ਤਰ੍ਹਾਂ ਹੋ ਸਕਦਾ ਸਰ? ਇੱਕ ਬੰਦਾ ਟੈਕਸ ਪੇਡ ਕਰ ਰਿਹਾ, ਰਿਟਰਨਾਂ ਪੇ ਕਰ ਰਿਹਾ, ਉਸ ਬੰਦੇ ਨੂੰ ਲਾਇਸੈਂਸ ਇਸ਼ੂ ਹੋ ਰਿਹਾ ਸਰ। ਇਹ 'ਚ ਕੀ ਪ੍ਰੋਬਲਮ ਹੈਗੀ ਸਰ ਇਸ ਵਿੱਚ? ਕ੍ਰਾਈਮ ਜਿਹੜਾ ਲਗਾਤਾਰ ਵੱਧਦਾ ਪਿਆ, ਲੱਗਦਾ ਨਹੀਂ ਤੁਹਾਨੂੰ ਕਿ ਹਥਿਆਰ ਕੋਲ ਹੈ ਤਾਂ ਹੁਸ਼ਿਆਰੀ ਆ ਜਾਂਦੀ ਹੈ, ਕੋਈ ਵੀ ਕਿਤੇ ਵੀ ਗੋਲੀ ਚਲਾ ਰਿਹਾ? ਸਰ ਬਿਜ਼ਨਸਮੈਨ ਬੰਦਾ ਕਦੇ ਫਾਲਤੂ ਦੇਖਿਆ ਕਦੇ ਗੋਲੀ ਚਲਾਉਂਦੇ ਕਦੇ? ਹਥਿਆਰ ਸਰ ਜਿਹੜੇ ਵੀ ਚੱਲਦੇ ਨੇ ਬਿਨਾਂ ਲਾਇਸੈਂਸ ਤੋਂ ਜਿਹੜੇ ਚੱਲਦੇ ਹੋਣਗੇ। ਅੱਛਾ, ਬਿਨਾਂ ਲਾਇਸੈਂਸ ਤੋਂ ਆਉਂਦੇ ਕਿੱਥੋਂ ਹਥਿਆਰ? ਸਰ ਇਹ ਤਾਂ ਜਿਹੜੇ ਲੈ ਕੇ ਉਹਨਾਂ ਨੂੰ ਪਤਾ ਹੋਵੇ ਨਾ, ਸਰਕਾਰਾਂ ਨੂੰ ਪਤਾ ਹੋਵੇ। ਸਾਡੇ ਕੋਲ ਤਾਂ ਜਿਹੜੇ ਲਾਇਸੈਂਸ ਦੀ ਵੈਪਨ ਅਸੀਂ ਉਹੀ ਦੇਣੇ ਨੇ। ਮੋਦੀ ਸਾਹਿਬ ਬਿਨਾਂ ਲਾਇਸੈਂਸ ਤੋਂ ਬਿਨਾਂ ਸਭ ਤੋਂ ਸਰ ਬਿਨਾਂ ਲਾਇਸੈਂਸ ਤੋਂ ਚੱਲਦੇ ਵੈਪਨ। ਮੈਨੂੰ ਦੱਸੋ ਹੁਣ ਲਾਇਸੈਂਸ ਹੀ ਹਥਿਆਰ ਤੇ ਕਦੀ ਕ੍ਰਾਈਮ ਦੇਖਿਆ ਤੁਸੀਂ? ਇੱਥੇ ਹੋਇਆ ਅੱਜ ਤੱਕ ਲਾਇਸੈਂਸ ਹਥਿਆਰ ਤੇ ਕਦੀ ਕ੍ਰਾਈਮ ਹੋਇਆ ਜੀ? ਸਭ ਬਹੁਤ ਚੰਦਨਲ ਹੋ ਗਿਆ। ਅੱਜ ਹੁਣ ਟ੍ਰੇਨ ਹਾਦਸਾ ਹੋਇਆ ਕਿ ਲੋਕਾਂ ਨੇ ਟ੍ਰੇਨ 'ਚ ਬੈਠਣਾ ਬੰਦ ਕਰ ਦਿੱਤਾ। ਮੇਰੀ ਗੱਲ ਸੁਣੋ, ਇਸ ਲਈ ਆਪਣੇ ਸੈਲਫ ਡਿਫੈਂਸ ਵਾਸਤੇ ਵੈਪਨ ਮੰਗ ਲਿਆ, ਕੋਈ ਇਸ਼ੂ ਨਹੀਂ, ਕੋਈ ਦਿੱਕਤ ਨਹੀਂ ਹੈ ਸਰ। ਜੀ ਤੁਸੀਂ ਦੱਸੋ। ਮੈਂ ਸਰ ਇਹ ਕਹਿਣਾ ਚਾਹੁੰਦਾ ਵੀ ਜਿੱਦਾਂ ਤੁਸੀਂ ਕ੍ਰਾਈਮ ਦੀ ਗੱਲ ਕਰ ਰਹੇ ਹੋ, ਕ੍ਰਾਈਮ ਜਿਹੜਾ ਜ਼ਰੂਰੀ ਥੋੜੀ ਵੀ ਅਸਲੇ ਨਹੀਂ ਹੋ ਸਕਦਾ। ਕ੍ਰਾਈਮ ਤੇ ਤੇਜ਼ਾਬ ਨਾ ਹੋ ਸਕਦਾ, ਕ੍ਰਾਈਮ ਜਿਹੜਾ ਤਲਵਾਰ ਨਾ ਹੋ ਸਕਦਾ,
ਕ੍ਰਾਈਮ ਜਿਹੜਾ ਪੈਟਰੋਲ ਨਾਲ ਹੋ ਸਕਦਾ, ਹੁਣ ਇਹ ਸਾਰੀਆਂ ਚੀਜ਼ਾਂ ਕਿਤੇ ਬੰਦ ਕਰ ਦਿੱਤੀਆਂ ਜਾਂਦੀਆਂ। ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਆ। ਜੇ ਅਸਲੇ ਨਾਲ ਕ੍ਰਾਈਮ ਹੋ ਸਕਦਾ ਤੇ ਅਸਲੇ ਨਾਲ ਸੈਲਫ ਪ੍ਰੋਟੈਕਸ਼ਨ ਵੀ ਹੋ ਸਕਦੀ ਆ। ਆਪਾਂ ਨੂੰ ਪੋਜ਼ਿਟਿਵ ਨਜ਼ਰੀਏ ਨਾਲ ਵੇਖਿਆ ਜਾਵੇ ਵੀ ਜੇ ਕੋਈ ਬੰਦਾ ਲਾਇਸੈਂਸ ਲਈ ਐਪਲੀਕੇਸ਼ਨ ਦਿੰਦਾ ਤੇ ਉਹ ਆਪਣੀ ਹਿਫਾਜ਼ਤ ਵਾਸਤੇ ਅਸਲਾ ਲੈਣਾ ਚਾਹੁੰਦਾ। ਹੁਣ ਬੈਂਕ ਨੇ ਗਾਰਡਸ ਰੱਖੇ ਨੇ, ਉਹਨਾਂ ਨੂੰ ਲਾਇਸੈਂਸ ਦੇ ਕੇ ਅਸਲਾ ਦਿੱਤਾ, ਉਹ ਕੋਈ ਕ੍ਰਾਈਮ ਕਰਨ ਨੂੰ ਥੋੜੀ ਰੱਖੇ ਨੇ, ਉਹ ਬੈਂਕ ਦੀ ਸਿਕਿਉਰਿਟੀ ਲਈ ਰੱਖੇ ਨੇ ਬਸ। ਅੱਛਾ ਭਾਈ ਸਾਹਿਬ, ਕਿੰਨੀ ਦੇਰ ਹੋ ਚੁੱਕੀ ਆ ਜਿਹੜੀ ਰੋਕ ਲਗਾ ਦਿੱਤੀ ਗਈ? ਸਰ ਰੋਕ ਮਤਲਬ ਸਮਝ ਕੇ ਚਲੋ ਪਿਛਲੇ ਮਤਲਬ ਜਦੋਂ ਇਲੈਕਸ਼ਨ ਹੋਏ ਨੇ 22 ਦੇ ਵਿੱਚ, ਉਦੋਂ ਦੀ ਰੋਕ ਲੱਗੀ ਹੋਈ ਹੈ। ਪ੍ਰੋਪਰ ਮੰਨ ਕੇ ਚਲੋ 3 ਸਾਲ ਹੋ ਗਏ ਜੀ ਸਾਡਾ ਕੰਮ ਬੰਦ ਹੋਇਆ। ਦੱਸਿਆ ਜਾ ਰਿਹਾ ਕਿ ਰੋਕ ਨਹੀਂ ਲਗਾਈ ਗਈ, ਜਿਹੜੇ ਜਿਨ੍ਹਾਂ ਨੂੰ ਥ੍ਰੈਟ ਆ ਰਹੀ ਹੈ ਉਹਨਾਂ ਦੇ ਲਾਇਸੈਂਸ ਬੰਦੇ ਪਏ ਨੇ, ਇਸ ਤਰ੍ਹਾਂ ਦੀ ਗੱਲ? ਸਰ ਜੇ ਥ੍ਰੈਟ ਵਾਲੇ ਪਰਸਨ ਹੀ 1-2 ਨੇ ਤੇ ਫਿਰ ਬਾਕੀਆਂ ਦਾ ਘਰ-ਬਾਰ ਦਾ ਖਰਚਾ ਕਿਸ ਤਰ੍ਹਾਂ ਚੱਲੇਗਾ? ਸਾਰਿਆਂ ਨੂੰ ਥੋੜੀ ਆਉਂਦੀ ਹੈ ਥ੍ਰੈਟ, ਸਾਰਿਆਂ ਨੂੰ ਨਹੀਂ ਆ ਸਕਦੀ। ਇਹਦੇ ਵਿੱਚ ਦੇਖੋ ਡੀਲਰ ਵੀ ਟੈਕਸ ਦੇ ਰਿਹਾ, 28% ਟੈਕਸ ਦੇ ਰਿਹਾ, ਲਾਇਸੈਂਸ ਹੋਲਡਰ ਵੀ ਆਪਣੀ ਫੀਸ ਦੇ ਰਿਹਾ, ਤੇ ਗਵਰਨਮੈਂਟ ਨੂੰ ਨੁਕਸਾਨ ਕੀ ਹੈ ਇਹਦੇ 'ਚ ਲਾਇਸੈਂਸ ਦੇਣ 'ਚ? ਅੱਛਾ, ਕੀ ਪ੍ਰਤੀਕਿਰਿਆ ਕੀ ਹੁੰਦੀ ਹੈ? ਕਿਸ ਤਰੀਕੇ ਦੇ ਨਾਲ ਜਿਹੜਾ ਕੋਈ ਲਾਇਸੈਂਸ ਬਣਾਉਣਾ ਚਾਹੁੰਦਾ ਉਹ ਕਿੰਨੀ ਕੁ ਖੱਜਲ ਖੁਆਰੀ ਦਾ ਸਾਹਮਣਾ? ਖੱਜਲ ਖੁਆਰੀ ਜੀ, ਪਹਿਲੇ ਤੇ ਉਹ ਮਾਨਯੋਗ ਡੀਸੀਪੀ ਸਾਹਿਬ ਤੇ ਦਿਹਾਤੀ ਦੇ ਵਿੱਚ ਡੀਸੀ ਸਾਹਿਬ ਕੋਲ ਬੰਦਾ ਪੇਸ਼ ਹੁੰਦਾ, ਫਾਈਲ ਲੈਂਦਾ। ਫਾਈਲ ਲੈਣ ਤੋਂ ਬਾਅਦ ਉਹਦੀ ਟ੍ਰੇਨਿੰਗ ਸਰਟੀਫਿਕੇਟ, ਮੈਡੀਕਲ, ਉਹਦੇ ਡਾਕੂਮੈਂਟਸ ਲੱਗਦੇ ਬਿਜ਼ਨਸ ਦੇ। ਲਗਾਉਣ ਤੋਂ ਬਾਅਦ ਉਹ ਫਾਈਲ ਡੀਸੀਪੀ ਆਫਿਸ ਜਮ੍ਹਾਂ ਹੁੰਦੀ ਹੈ ਤੇ ਦਿਹਾਤੀ ਦੀ ਡੀਸੀ ਆਫਿਸ ਜਮ੍ਹਾਂ ਹੁੰਦੀ ਹੈ। ਉਹਦੀ ਪੁਲਿਸ ਵੈਰੀਫਿਕੇਸ਼ਨ ਹੁੰਦੀ ਹੈ। ਐਸਐਚਓ ਵੱਲੋਂ ਨੋ ਆਬਜੈਕਸ਼ਨ ਸਰਟੀਫਿਕੇਟ ਦਿੱਤਾ ਜਾਂਦਾ ਹੈ, ਜਿਹਦੇ ਵਿੱਚ ਲਿਖਿਆ ਜਾਂਦਾ ਹੈ ਕਿ ਇਹਦਾ ਕਿਸੇ ਵੀ ਮਤਲਬ ਗਲਤ ਜਥੇਬੰਦੀਆਂ ਨਾਲ ਜਾਂ ਆਤੰਕਵਾਦੀ ਜਥੇਬੰਦੀਆਂ ਨਾਲ ਕੋਈ ਵੀ ਸੰਪਰਕ ਨਹੀਂ ਹੈ। ਉਸ ਤੋਂ ਬਾਅਦ ਡੀਐਸਪੀ ਸਾਹਿਬ ਤੇ ਦਿਹਾਤੀ ਦੇ ਵਿੱਚ ਐਸਐਸਪੀ ਸਾਹਿਬ ਤੇ ਉਸ ਤੋਂ ਬਾਅਦ ਡੀਸੀ ਸਾਹਿਬ ਕੋ ਜਾਂਦੀ। ਇਸ ਤਰ੍ਹਾਂ ਹੀ ਸਿਟੀ ਦੇ ਵਿੱਚ ਐਸਐਚਓ ਸਾਹਿਬ, ਡੀਐਸਪੀ ਸਾਹਿਬ ਤੇ ਡੀਸੀਪੀ ਸਾਹਿਬ। ਪਹਿਲੇ ਵੀ ਇਹੋ ਹੀ ਅਫਸਰ ਸੀਗੇ ਜਿਹੜੇ ਲਾਇਸੈਂਸ ਦਿੰਦੇ ਸੀ, ਹੁਣ ਵੀ ਉਹੀ ਸਰਕਾਰ ਦੇ ਵਿੱਚ ਹੈਗੇ। ਅਸੀਂ ਇਹੋ ਹੀ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਅਫਸਰਾਂ ਨੂੰ ਉਹਨਾਂ ਦਾ ਮਤਲਬ ਕੰਮ ਕਰਨ ਦਿੱਤਾ ਜਾਵੇ, ਰੋਕ ਨਾ ਲਗਾਈ ਜਾਵੇ। ਕਿਉਂਕਿ ਅਸੀਂ ਦੇਖੋ ਇੰਨੇ ਅਸਲਾ ਡੀਲਰ ਹਾਂ, ਜੇ 1-2 ਲਾਇਸੈਂਸ ਬਣਨਗੇ ਅਸੀਂ ਆਪਣੇ ਪਰਿਵਾਰ ਦਾ ਖਰਚਾ ਕਿੱਥੋਂ ਚਲਾਵਾਂਗੇ? ਅੱਛਾ, ਪਹਿਲਾਂ ਦੀ ਜੇ ਗੱਲ ਕਰੀਏ ਤਾਂ ਕਿੰਨੀ ਰੇਸ਼ੋ ਰਹਿੰਦੀ ਸੀ, ਤਾਂ ਹੁਣ ਕਿੱਥੋਂ ਤੱਕ ਅਸੀਂ? ਪਹਿਲੇ ਦੇ ਰੇਸ਼ੋ ਕਾਫੀ ਅੱਛੀ ਚੱਲਦੀ ਸੀ। ਦੇਖੋ ਹਰ ਡੀਲਰ ਜਿਹੜੇ ਬੈਠੇ ਨੇ ਕੰਮ ਕਰ ਰਹੇ ਨੇ, ਅਕਸਰ 30 ਸਾਲਾਂ ਤੋਂ ਕਰ ਰਹੇ। ਅੱਜ ਹੀ ਰੋਸ਼ ਕਿਉਂ? ਜੇ ਪਹਿਲੇ ਕੰਮ ਠੀਕ ਸੀਗਾ ਤੇ ਸਾਨੂੰ ਰੋਸ਼ ਕਰਨ ਦੀ ਜ਼ਰੂਰਤ ਨਹੀਂ ਪਈ। ਇਸ ਵਾਰ ਇਸ ਕਰਕੇ ਅਸੀਂ ਰੋਸ਼ ਕਰ ਰਹੇ ਹਾਂ ਕਿ ਮਤਲਬ ਬਿਲਕੁਲ ਹੀ ਕੰਮ ਬੰਦ ਹੈ ਸਾਡਾ, 0 ਲੈਵਲ ਤੇ ਆਪਾਂ। ਅੱਛਾ, ਸਟਾਕ ਦੀ ਗੱਲ ਕੀਤੀ ਜਾਵੇ ਤਾਂ ਚਾਹੇ ਛੋਟੀ ਦੁਕਾਨ ਹੈ ਚਾਹੇ ਵੱਡੀ ਦੁਕਾਨ ਹੈ, ਮੁਕੰਮਲ ਸਟਾਕ ਰੱਖੋ ਤਾਂ ਫੇਰ ਹੀ ਗ੍ਰਾਹਕ ਵੀ ਚੱਲਦਾ। ਕਿੰਨਾ ਕਿ ਤੁਹਾਨੂੰ ਲੱਗਦਾ ਕਿ ਸਾਡਾ ਇੱਥੇ ਪੈਸਾ ਜਿਹੜੀ ਸਾਡੀ ਰਕਮ ਹੈ ਉਹ ਲੱਗੀ ਹੋਈ ਹੈ ਕੁਝ ਕੰਮ ਨਹੀਂ? ਸਰ ਮੇਕ ਇਨ ਇੰਡੀਆ ਦੇ ਪ੍ਰੋਜੈਕਟ ਦੇ ਵਿੱਚ ਮੋਦੀ ਸਾਹਿਬ ਨੇ ਕਈ ਪ੍ਰੋਜੈਕਟ ਲਗਾਏ ਨੇ ਹਥਿਆਰਾਂ ਨੂੰ ਲੈ ਕੇ। ਘੱਟੋ ਘੱਟ ਵੀ 8 ਤੋਂ 10 ਕੰਪਨੀਆਂ ਇੰਡੀਆ ਨੂੰ ਮਤਲਬ ਲਾਇਸੈਂਸ ਦਿੱਤੇ ਗਏ, ਬਾਹਰ ਦੀਆਂ ਕੰਪਨੀਆਂ ਨੂੰ, ਜਿਨ੍ਹਾਂ ਦੀ ਵੈਪਨ ਕਾਸਟ ਮਤਲਬ 2 ਲੱਖ 3 ਲੱਖ ਕੋਈ ਸਮਥਿੰਗ 4 ਲੱਖ ਰੁਪਏ ਆ ਰਹੀ, ਜਿਨ੍ਹਾਂ ਦੇ ਉੱਤੇ 28% ਟੈਕਸ ਹੈ ਜੀ। 28% GST ਦੇਣ ਤੋਂ ਬਾਅਦ ਬੰਦਾ ਵੈਪਨ ਲੈ ਸਕਦਾ, ਉਸ ਤਰ੍ਹਾਂ ਨਹੀਂ ਲੈ ਸਕਦਾ ਜੀ। 28% ਯਾਨੀ ਕਿ ਅਸੀਂ ਕਹਿ ਸਕਦੇ ਹਾਂ ਕਿ ਲੱਖਾਂ ਰੁਪਏ ਜਿਹੜੇ ਨੇ ਉਹ ਉੱਥੇ ਰੱਖੇ ਪਏ ਨੇ ਦੁਕਾਨ ਦੇ ਉੱਤੇ, ਕੋਈ ਕੰਮ ਨਹੀਂ ਆ। ਕੋਈ ਕੰਮ ਨਹੀਂ ਜੀ, ਮਤਲਬ ਜਦੋਂ ਤੱਕ ਲਾਇਸੈਂਸ ਹੀ ਨਹੀਂ ਇਸ਼ੂ ਹੋਏਗਾ ਤਾਂ ਡੀਲਰ ਕਿਹਨੂੰ ਇਸ਼ੂ ਕਰੇਗਾ ਜੀ ਉਹ ਲਾਇਸੈਂਸ? ਇਸ ਸਬੰਧ ਵਿੱਚ ਤੁਸੀਂ ਅੰਮ੍ਰਿਤਸਰ ਪ੍ਰਸ਼ਾਸਨ ਨੂੰ ਕਿੰਨੀ ਵਾਰ ਮੁਲਾਕਾਤ ਹੋਈ ਹੈ ਜਾਂ ਫਿਰ ਤੁਸੀਂ ਪੰਜਾਬ ਸਰਕਾਰ ਦੇ ਨਾਲ ਕਿਸੇ ਨੁਮਾਇੰਦੇ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ? ਜਦੋਂ ਵੀ ਅਸੀਂ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗਈ, ਸਾਨੂੰ ਇਹੋ ਹੀ ਹੁਕਮ ਦਿੱਤਾ ਗਿਆ ਕਿ ਮਤਲਬ ਸਰਕਾਰ ਵੱਲੋਂ ਲਾਇਸੈਂਸ ਬੰਦ ਨੇ, ਸਰਕਾਰ ਵੱਲੋਂ ਲਾਇਸੈਂਸ ਬੰਦ ਚੱਲ ਰਹੇ ਨੇ ਤੇ ਮਤਲਬ ਅਸੀਂ ਕੁਝ ਨਹੀਂ ਕਰ ਸਕਦੇ। ਹੁਣ ਜੇ ਬਾਈ ਦੇ ਵਿੱਚ ਤੁਸੀਂ ਪ੍ਰੈਸ ਕਾਨਫਰੰਸ ਕਰਦੇ ਪਏ ਜੇ, ਹਜੇ ਹੱਲ ਕੋਈ ਨਹੀਂ ਹੁੰਦਾ ਤਾਂ ਅਗਲਾ ਕਦਮ ਕੀ ਹੈ? ਕੀ ਸੋਚ ਕੇ ਬੈਠੇ ਤੁਸੀਂ, ਕਿਹਨੂੰ ਮਿਲਿਆ? ਅਗਲਾ ਕਦਮ ਸੀਐਮ ਸਾਹਿਬ ਜਾਂ ਹੋਮ ਸੈਕਟਰੀ ਸਾਹਿਬ ਨੂੰ ਮਿਲ ਕੇ ਗੁਜ਼ਾਰਿਸ਼ ਕੀਤੀ ਜਾਏਗੀ ਕਿ ਸਾਡੇ ਨਾਲ ਵੀ ਮਤਲਬ ਇੱਕ ਮਿਹਰਬਾਨੀ ਨਜ਼ਰ ਨਾਲ ਦੇਖਿਆ ਜਾਵੇ। ਅਸੀਂ ਆਪਣੇ ਕਾਰੋਬਾਰ ਕਰ ਰਹੇ ਹਾਂ, ਇਸ ਤਰ੍ਹਾਂ ਨਾ ਕਰੋ। ਦੇਖੋ ਇਹ ਮੋਟਿਵ ਜਿਹੜਾ ਪੰਜਾਬ ਸਰਕਾਰ ਦਾ ਆਇਆ ਸੀ, ਇਹ ਕਹਿੰਦੇ ਸੀ ਅਸੀਂ ਬੇਰੁਜ਼ਗਾਰੀ ਘਟਾਵਾਂਗੇ ਤੇ ਰੋਜ਼ਗਾਰ ਲਿਆਵਾਂਗੇ। ਮੈਨੂੰ ਤਾਂ ਲੱਗਦਾ ਸਾਡੇ ਤੇ ਬੇਰੁਜ਼ਗਾਰੀ ਦਾ ਕੁਝ ਜ਼ਿਆਦਾ ਹੀ ਅਸਰ ਹੋ ਰਿਹਾ। ਕਿਹੜੇ ਜ਼ਿਲ੍ਹੇ ਨੇ ਜਿਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਹਥਿਆਰ ਦੇ ਲਾਇਸੈਂਸ ਬੰਨੇ ਬੰਦ ਕੀਤੇ ਨੇ? ਕਿਹੜੇ 'ਚ ਚੱਲਦੇ ਪਏ? ਫਿਲਹਾਲ ਤੇ ਅੰਮ੍ਰਿਤਸਰ ਤੇ ਤਰਨਤਾਰਨ ਦੀ ਮੈਂ ਗੱਲ ਕਰਕੇ ਚੱਲਾਂ ਤੇ ਮਤਲਬ ਜਨਿੰਦਾ 2-3 ਲਾਇਸੈਂਸ ਹੀ ਇਸ਼ੂ ਹੋਏ ਨੇ 6-7 ਮਹੀਨਿਆਂ 'ਚ, ਇਸ ਤੋਂ ਜ਼ਿਆਦਾ ਨਹੀਂ। ਤੇ ਅੰਮ੍ਰਿਤਸਰ ਦੇ ਵਿੱਚ ਕਿੰਨੇ ਦੁਕਾਨਾਂ ਦੇ ਵਿੱਚ ਬਣ ਰਹੇ ਨੇ, ਬਰਨਾਲੇ ਬਣ ਰਹੇ ਨੇ, ਬਠਿੰਡੇ ਬਣ ਰਹੇ ਨੇ, ਮਤਲਬ ਪਟਿਆਲੇ ਬਣ ਰਹੇ ਨੇ, ਹੋਰ ਵੀ ਕਈ ਡਿਸਟ੍ਰਿਕਟ ਗੁਰਦਾਸਪੁਰ 'ਚ ਬਣ ਰਹੇ। ਪਰ ਮੈਂ ਉਹੀ ਸਰਕਾਰ ਨੂੰ ਅਰਜ਼ ਕਰਦਾ, ਡਿਸਟ੍ਰਿਕਟ ਸਟੇਟ ਇੱਕੋ ਹੀ, ਡਿਸਟ੍ਰਿਕਟ 'ਚ ਹਰ ਵੱਖ-ਵੱਖ ਰੂਲ ਕਿਉਂ? ਜਿਵੇਂ ਕਿ ਅੰਮ੍ਰਿਤਸਰ ਦੇ ਵਿੱਚ ਡੀਸੀ ਆਫਿਸ ਦੇ ਵਿੱਚ ਫਾਈਲ ਫ੍ਰੀ ਆਫ ਕਾਸਟ ਹੈ, ਤਰਨਤਾਰਨ 51000 ਰੁਪਏ ਦੀ ਫਾਈਲ ਹੈ, ਰੂਲ 2 ਕਿਉਂ? ਯਾਨੀ ਕਿ ਜਿਸ ਤਰ੍ਹਾਂ ਚੱਲਦਾ ਉਸ ਤਰ੍ਹਾਂ ਚੱਲਦਾ ਪਿਆ ਹਰ ਜ਼ਿਲ੍ਹੇ ਦੇ ਵਿੱਚ ਵੱਖੋ? ਹਾਂ, ਆਪਣੀ ਮਰਜ਼ੀ ਮਤਲਬ ਹੋ ਰਹੀ ਹੈ ਹਰ ਜ਼ਿਲ੍ਹੇ ਦੇ ਵਿੱਚ, ਇਹ ਨਾ ਕੀਤੀ ਜਾਵੇ। ਦੇਖੋ ਜੀ ਅੰਮ੍ਰਿਤਸਰ ਮਤਲਬ ਫ੍ਰੀ ਆਫ ਕਾਸਟ ਫਾਈਲ ਹੈ, ਉੱਥੇ 51000 ਰੁਪਏ ਦੀ ਫਾਈਲ ਹੀ ਫਾਈਲ ਹੈ। 51000 ਰੁਪਈਆ ਦੇਣ ਤੋਂ ਬਾਅਦ ਵੀ ਲਾਇਸੈਂਸ ਇਸ਼ੂ ਨਹੀਂ ਹੋ ਰਹੇ। 51000 ਰੁਪਏ ਫਾਈਲ, ਸੁਵਿਧਾ ਦੀਆਂ ਫੀਸਾਂ ਮਿਲਾ ਕੇ 75000 ਰੁਪਏ ਇੱਕ ਬੰਦਾ ਪੰਜਾਬ ਗਵਰਨਮੈਂਟ ਨੂੰ ਦੇ ਰਿਹਾ, ਫਿਰ ਵੀ ਉਹਦਾ ਲਾਇਸੈਂਸ ਇਸ਼ੂ ਨਹੀਂ ਹੋ ਰਿਹਾ। ਕਿੰਨੇ ਕੋਲ ਦੁਕਾਨਦਾਰ ਨੇ ਸਿਰਫ ਅੰਮ੍ਰਿਤਸਰ ਦੇ ਵਿੱਚ ਜਿਹੜੇ ਕਿ ਇਸ ਖੱਜਲ? ਅੰਮ੍ਰਿਤਸਰ ਦੇ ਵਿੱਚ ਦੁਕਾਨਦਾਰ 30 ਤੋਂ 32 ਦੇ ਵਿੱਚ ਡੀਲਰ ਨੇ, ਸਿਟੀ ਦੇ ਤੇ ਦਿਹਾਤੀ ਦੇ। ਲੱਗਦਾ ਕੋਈ ਹੱਲ ਹੋਏਗਾ? ਜ਼ਰੂਰ, ਅੱਜ ਕੱਲ ਮੀਡੀਆ ਦਾ ਕਲਚਰ ਹੈ,
ਤੇ ਮੇਰੇ ਹਿਸਾਬ ਨਾਲ ਜਦੋਂ ਮੀਡੀਆ 'ਚ ਗੱਲ ਹੁੰਦੀ ਤਾਂ ਉਹਦੇ ਬਾਰੇ ਸਰਕਾਰ ਸੋਚ ਵਿਚਾਰ ਤਾਂ ਜ਼ਰੂਰ ਕਰਦੀ ਹੈ ਜੀ। ਬਿਲਕੁਲ ਇਹ तमाम ਲੋਕ ਜਿਹੜੇ ਨੇ ਇਹ ਕਿਤੇ ਨਾ ਕਿਤੇ ਮੰਗ ਕਰਦੇ ਪਏ ਨੇ ਸਰਕਾਰ ਦੇ ਕਿ ਸਰਕਾਰ ਜਲਦ ਤੋਂ ਜਲਦ ਇਹ ਹੱਲ ਕਰੇ ਜਿਹਦੇ ਨਾਲ ਸਾਡਾ ਕਾਰੋਬਾਰ ਚੱਲੇ। ਲੱਗਦਾ ਹੈ ਕਿ ਕਾਰੋਬਾਰ ਚਲਾਉਣ ਵਾਸਤੇ ਸਰਕਾਰ ਹਰ ਉਪਰਾਲਾ ਕਰਦੀ ਜ਼ਰੂਰ ਪਈ ਆ। ਸ਼ਾਇਦ ਤੁਹਾਡੀ ਆਵਾਜ਼ ਨਹੀਂ ਪਹੁੰਚੀ ਹਜੇ ਤੱਕ, ਹੁਣ ਪਹੁੰਚ ਗਈ ਹੈ ਤਾਂ ਅਗਲੀ ਵਾਰੀ ਕੰਮ ਸ਼ੁਰੂ ਹੋ ਜਾਏਗਾ। ਵੇਖੋ ਜੀ, ਪਹਿਲਾਂ ਤਾਂ ਅੱਜ ਆਪਾਂ ਸਾਰੇ ਜਾਣੇ ਇਕੱਠੇ ਹੋਏ ਆ ਤੇ ਸਾਨੂੰ ਪੂਰੀ ਉਮੀਦ ਹੈ ਕਿ ਆਪਾਂ ਜਿਹੜੀ ਅੱਜ ਪ੍ਰੈਸ ਕਾਨਫਰੰਸ ਕੀਤੀ ਆ ਉਹ ਸਾਡੀ ਆਵਾਜ਼, ਤੁਸੀਂ ਸਾਡੀ ਆਵਾਜ਼ ਲੈ ਕੇ ਆਪਣੇ ਡੀਸੀਪੀ ਸਾਹਿਬ ਕੋਲ ਜਾਓਗੇ, ਸਾਡੀ ਆਵਾਜ਼ ਸਰਕਾਰ ਤੱਕ ਜਾਏਗੀ। ਕਿਉਂਕਿ ਇਸ ਵਾਰੀ ਜੇ ਇਹ ਸਾਰੇ ਜਾਣੇ ਇਕੱਠੇ ਹੋਏ ਆ ਤੇ ਸਾਡੇ ਵਿੱਚ ਬਹੁਤ ਭਾਰੀ ਰੋਸ ਆ ਤੇ ਇਹ ਰੋਸ ਆਪਾਂ ਇਸ ਤਰੀਕੇ ਦਾ ਲੈ ਕੇ ਚੱਲੀਏ ਕਿ ਆਪਾਂ ਇੱਕ ਚੀਜ਼ਾਂ ਲੈ ਕੇ ਚੱਲਦੇ ਆ ਜੀ, ਲਾਇਸੈਂਸ ਬਣੇਗਾ, ਅਸੀਂ ਵੈਪਨ ਵੇਚਾਂਗੇ ਤੇ ਸਾਨੂੰ ਵੀ ਕੋਈ ਰੁਜ਼ਗਾਰ ਦੀ ਸਾਨੂੰ ਉਮੀਦ ਹੁੰਦੀ ਆ। ਜਦੋਂ ਕੋਈ ਲਾਇਸੈਂਸ ਨਹੀਂ ਬਣਨਾ ਤੇ ਉਸ ਤੋਂ ਇਲਾਵਾ ਫਿਰ ਆਪਾਂ ਲਾਇਸੈਂਸ ਨਹੀਂ ਬਣਨਾ, ਸਾਡੀ ਦੁਕਾਨ ਤੇ ਗਾਹਕ ਨਹੀਂ ਚੜੇਗਾ ਤੇ ਫਿਰ ਸਾਡੇ ਖਰਚੇ ਕਿੱਥੋਂ ਪੂਰੇ ਹੋਣਗੇ ਜੀ, ਜਦੋਂ ਸਾਡੇ ਕੋਲ ਗਾਹਕ ਹੀ ਨਹੀਂ ਆਏਗਾ। ਤੇ ਨਾਲੇ ਇੱਕ ਚੀਜ਼ ਆਪਾਂ ਹੋਰ ਲੈ ਕੇ ਚੱਲਦੇ ਹਾਂ ਜੀ, ਸਰਕਾਰ ਕਰਦੀ ਹੈ ਜੀ ਵੈਪਨ ਕਲਚਰ ਖਤਮ ਕਰਨਾ, ਤੇ ਵੈਪਨ ਕਲਚਰ ਖਤਮ ਕਰਨਾ ਤੇ ਫਿਰ ਪੂਰੇ ਪੰਜਾਬ 'ਚ ਕਰੇ, ਕੱਲਾ ਅੰਮ੍ਰਿਤਸਰ ਹੀ ਕਿਉਂ ਜੀ? ਗੁਰਦਾਸਪੁਰ ਦੇ ਵਿੱਚ ਵੈਪਨ ਲਾਇਸੈਂਸ ਇਸ਼ੂ ਹੋ ਰਹੇ ਆ, ਬਰਨਾਲੇ ਦੇ ਵਿੱਚ ਹੋ ਰਹੇ ਆ, ਬਾਕੀ ਸਟੇਟਸ, ਬਾਕੀ ਹਰ ਜਗ੍ਹਾ ਦੇ ਵਿੱਚ, ਬਾਕੀ ਹਰ ਸਿਟੀਜ਼ ਦੇ ਵਿੱਚ ਹੋ ਰਹੇ ਆ, ਤੇ ਕੱਲਾ ਅੰਮ੍ਰਿਤਸਰ ਤੇ ਤਰਨਤਾਰਨ ਕਿਉਂ? ਦੇਖੋ, ਤੁਸੀਂ ਦੱਸ ਰਹੇ ਹੋ ਕਿ ਮੀਟਿੰਗ ਵਗੈਰਾ ਕਰ ਰਹੇ ਨੇ, ਲੇਕਿਨ ਅਸੀਂ ਜਿੰਨੇ ਵੀ ਸਾਡੇ ਜਿਹੜੇ ਆ ਲਾਇਸੈਂਸ ਪਹਿਲੇ ਹੋਲਡਰ ਸੀਗੇ, ਮੈਂ ਦੱਸਣਾ ਚਾਹੁੰਦਾ ਕਿ ਕਮਿਸ਼ਨਰ ਪੁਲਿਸ ਵੱਲੋਂ ਅਸੀਂ ਸਾਰੇ ਲਾਇਸੈਂਸ ਹੋਲਡਰ ਇੱਕ ਵਾਰੀ ਰਿਵਿਊ ਕਰ ਲਿਆ, ਤਾਂ ਜੋ ਕਿ ਕੋਈ ਵੀ ਉਹਨਾਂ ਦੇ ਵਿੱਚ ਕੋਈ ਬੰਦਾ ਜਿਹੜਾ, ਕਈ ਵਾਰ ਦੇਖਿਆ ਕਈ ਲੋਕ ਬਾਹਰ ਜਾ ਚੁੱਕੇ ਆ, ਤਾਂ ਉਹਨਾਂ ਦੇ ਅਸੀਂ ਜਿਹੜੇ ਹੁਣ ਕੈਂਸਲ ਕੀਤੇ ਆ, ਕਈਆਂ ਦੀ ਡੈਥ ਵਗੈਰਾ ਵੀ ਹੋ ਚੁੱਕੀ ਆ, ਕੈਂਸਲ, ਔਰ ਰਿਵਿਊ ਕੀਤਾ ਇੱਕ ਵਾਰੀ ਸਾਰਿਆਂ ਨੂੰ। ਇਸ ਤੋਂ ਇਲਾਵਾ ਜੇ ਕੋਈ ਨਵਾਂ ਜਿਹੜਾ ਬਣਾਉਣਾ ਚਾਹੁੰਦਾ ਆ ਤੇ ਸਾਡੇ ਕੋਲ ਜੇ ਕੋਈ ਐਪਲੀਕੇਸ਼ਨ ਆਉਂਦੀ ਆ ਤਾਂ ਅਸੀਂ ਉਹਨੂੰ ਚੈੱਕ ਕਰਦੇ ਹਾਂ। ਬਾਕੀ ਗਵਰਨਮੈਂਟ ਵੱਲੋਂ ਜੇ ਇਹਨਾਂ ਦੇ ਰੋਕ ਲੱਗੀ ਹੋਈ ਆ, ਫਿਰ ਵੀ ਅਸੀਂ ਕੋਈ ਜੇ ਥ੍ਰੈਟ ਪਰਸਨ ਜਾਂ ਕੋਈ ਜੋ ਬਹੁਤ ਜ਼ਿਆਦਾ ਲੋੜ ਆ ਤਾਂ ਉਹਨੂੰ ਅਸੀਂ ਜ਼ਰੂਰ ਵਾਚ ਕਰ ਰਹੇ ਹਾਂ। ਅੱਛਾ ਸਰ, ਉਹਨਾਂ ਵੱਲੋਂ ਗੱਲ ਕੀਤੀ ਗਈ, ਆਈਜੀ ਹੈੱਡਕੁਆਟਰ ਦੇ ਨਾਲ ਵੀ ਗੱਲਬਾਤ ਕੀਤੀ ਗਈ ਵੀ ਲਾਇਸੈਂਸ ਕਿਉਂ ਨਹੀਂ ਬਣਦੇ ਪਏ, ਤੇ ਉਹਨਾਂ ਵੱਲੋਂ ਕਿਹਾ ਗਿਆ ਕੋਈ ਇਨਕਾਰ ਨਹੀਂ ਹੈ, ਲਗਾਤਾਰ ਚਾਲੂ, ਤੇ ਪਰ ਫਿਰ ਵੀ ਇੱਥੇ ਰੋਕ ਦਿਓ। ਨਹੀਂ, ਲਗਾਤਾਰ ਚਾਲੂ ਇੱਦਾਂ ਵੀ ਜੇ ਕੋਈ ਸਾਨੂੰ ਦੱਸ ਰਿਹਾ ਜੀ ਵੀ ਜੇ ਕੋਈ ਬਕਾਇਦਾ ਕਿਸੇ ਨੂੰ ਕੋਈ ਬਹੁਤ ਥ੍ਰੈਟ ਆ ਜਾਂ ਕਿਸੇ ਨੂੰ ਕੋਈ ਬਹੁਤ ਜ਼ਿਆਦਾ ਜ਼ਰੂਰਤ ਆ ਤਾਂ ਉਸ ਚੀਜ਼ ਨੂੰ ਅਸੀਂ ਬਚਿਆ ਜਾਂਦਾ ਆ। ਬਾਕੀ ਰੂਟੀਨ ਦੇ ਵਿੱਚ ਜਦੋਂ ਹੁਣ ਆਮ ਜਿਹੜੇ ਲੋਕ ਆ, ਜਿਹੜਾ ਹਰ ਬੰਦਾ ਹੀ ਲੈ ਕੇ ਆ ਰਿਹਾ ਵੀ ਮੈਨੂੰ ਵੀ ਦਿੱਤਾ ਜਾਵੇ, ਆਲਰੇਡੀ ਸਾਡੀ ਪਿੱਛੋਂ ਜਿਹੜੀ ਰਿਵਿਊ ਚੱਲ ਰਿਹਾ, ਜਿਹੜਾ ਪਹਿਲਾਂ ਬਣੇ ਹੋਏ ਆ ਉਹਨਾਂ ਨੂੰ ਅਸੀਂ ਅਜੇ ਵੈਰੀਫਿਕੇਸ਼ਨ ਕਰ ਰਹੇ ਹਾਂ ਵੀ ਉਹਨਾਂ ਦੇ ਵਿੱਚ ਜਿਹੜੀਆਂ ਕੋਈ ਕਮੀਆਂ ਪੇਸ਼ੀਆਂ ਜਾਂ ਕਈ ਜਿਹੜੇ ਲੋਕ ਹੈ ਨਹੀਂ ਇੱਥੇ ਰਹਿੰਦੇ, ਕਈਆਂ ਦੇ ਰੀਨਿਊ ਨਹੀਂ ਕਾਫੀ ਸਮੇਂ ਤੋਂ ਹੋਏ, ਉਹ ਸਾਰੀਆਂ ਚੀਜ਼ਾਂ ਅਸੀਂ ਵਾਚ ਕਰ ਰਹੇ ਹਾਂ। ਤੁਹਾਡੇ ਕਹਿਣ ਦਾ ਮਤਲਬ ਕਿ ਰੈਗੂਲਰ ਚੱਲਦਾ ਪਿਆ ਸਾਰਾ ਕੁਝ? ਰੈਗੂਲਰ ਜਿਹੜੇ ਜੀ ਜਿਨ੍ਹਾਂ ਨੂੰ ਥ੍ਰੈਟ ਪਰਸਨ ਜਾਂ ਕੁਛ ਇੱਦਾਂ ਦੇ, ਉਹਨਾਂ ਵਾਸਤੇ। ਬਿਲਕੁਲ ਉਮੀਦ ਕਰਦੇ ਹਾਂ ਅਸੀਂ ਕਿ ਪ੍ਰਸ਼ਾਸਨ ਵੱਲੋਂ ਇਹਨਾਂ ਦੀ ਗੱਲ ਸੁਣੀ ਜਾਏਗੀ ਤਾਂ ਜਲਦ ਤੋਂ ਜਲਦ ਇਹਨਾਂ ਦੇ ਜਿਹੜੇ ਕਾਰੋਬਾਰ ਨੇ ਉਹ ਚੱਲਣ ਜੋਗੇ ਬਣਨਗੇ, ਕਿਉਂਕਿ ਲੰਬਾ ਸਮਾਂ ਹੋ ਚੁੱਕਿਆ, ਲਾਇਸੈਂਸ ਨਹੀਂ ਬਣਦੇ ਪਏ, ਜਿਸ ਵਜ੍ਹਾ ਕਰਕੇ ਇਹਨਾਂ ਨੂੰ ਖੱਜਲ ਖੁਆਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਅੰਮ੍ਰਿਤਸਰ ਪ੍ਰਸ਼ਾਸਨ ਨਾਲ ਰਾਬਤਾ ਜ਼ਰੂਰ ਕਾਇਮ ਕਰਾਂਗੇ ਤਾਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੀ ਗੱਲ ਪ੍ਰਸ਼ਾਸਨ ਤੱਕ ਪਹੁੰਚਾਈ ਜਾ ਸਕੇ।